हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 10th ਸੇਫਟੀ ਵਾਈਲ ਡਰਾਈਵਿੰਗ ਕਿ ਡਰਾਈਵਿੰਗ ਕਰਨ ਵੇਲੇ ਸੁਰੱਖਿਆ ਦਾ ਖਿਆਲ ਰੱਖਣਾ। ਸੋ ਇਸ ਨੂੰ ਸਟਾਰਟ ਕਰਦੇ ਹਾਂ ਐਕਟੀਵਿਟੀ 1 ਤੋਂ। ਐਕਟੀਵਿਟੀ ਫਸਟ ਦੇ ਵਿੱਚ ਅਸੀਂ ਕਰਾਂਗੇ ਨਵੇਂ ਵਰਡਸ, ਉਹਨਾਂ ਦੇ ਮੀਨਿੰਗਸ, ਉਹਨਾਂ ਦੀ ਪ੍ਰੋਨਾਂਸੀਏਸ਼ਨ, ਸਪੈਲਿੰਗਸ, ਤਾਂ ਕਿ ਜਦੋਂ ਲੈਸਨ ਦੇ ਵਿੱਚ ਉਹ ਵਰਡਸ ਆਣ ਸਾਨੂੰ ਉਹਨਾਂ ਨੂੰ ਪੜਨ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ। ਸੋ ਫਸਟ ਹੈ ਮਿਸਚੀਫ ਸ਼ਰਾਰਤ, ਆਈਟਨਰੀ ਯਾਤਰਾ ਦਾ ਪ੍ਰੋਗਰਾਮ, ਸਨੀਕ चुपके चुपके डरते हुए, रिवर्स पिछला, मैकेनिज्म तरीका, कॉन्फिडेंस विश्वास, इंपाउंड जब्त करना, काउंसल सलाह, बलंडर वड्डी गलती, रिफ्लेक्सेस सजगता। Let's read the story. Safety while driving. Seema is a 15-year-old girl. Seema 15 ਸਾਲਾਂ ਦੀ ਕੁੜੀ ਹੈ। She loves automobiles and keeps dreaming about driving cars on the road. ਉਹ automobiles ਯਾਨੀ ਕਾਰਾਂ ਆਦ ਵਾਹਨਾਂ ਨੂੰ ਪਿਆਰ ਕਰਦੀ ਹੈ, ਪਸੰਦ ਕਰਦੀ ਹੈ ਅਤੇ ਹਮੇਸ਼ਾ ਉਹ ਕਾਰਾਂ ਨੂੰ ਸੜਕ ਤੇ ਚਲਾਉਣ ਦੇ ਸੁਪਨੇ ਲੈਂਦੀ ਹੈ। She reads a lot about cars and their mechanism on the internet. ਉਸਨੇ ਇੰਟਰਨੈਟ ਦੇ ਉੱਤੇ ਕਾਰਾਂ ਬਾਰੇ ਅਤੇ ਉਹਨਾਂ ਦੀ ਯੰਤਰ ਰਚਨਾ ਬਾਰੇ ਬਹੁਤ ਕੁਝ ਪੜ੍ਹਿਆ ਹੁੰਦਾ ਹੈ। She feels that she knows everything about driving cars. ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਕਾਰ ਦੀ ਡਰਾਈਵਿੰਗ ਬਾਰੇ ਸਭ ਕੁਝ ਪਤਾ ਹੈ। Last year ਪਿਛਲੇ ਸਾਲ ਸੀਮਾ ਵਾਜ਼ ਜਸਟ 14। ਸੀਮਾ ਸਿਰਫ 14 ਸਾਲ ਦੀ ਸੀ। ਐਂਡ ਸ਼ੀ ਟਰਾਈਡ ਟੂ ਟੇਕ ਹਰ ਮਦਰਸ ਕਾਰ ਆਊਟ ਔਨ ਦ ਰੋਡ ਟੂ ਡਰਾਈਵ ਵਿਦਾਊਟ ਟੈਲਿੰਗ ਹਰ ਮਦਰ। ਉਸ ਵੇਲੇ ਉਸ ਨੇ ਆਪਣੀ ਮੰਮੀ ਨੂੰ ਬਿਨਾਂ ਕਹੇ ਉਹਨਾਂ ਦੀ ਕਾਰ ਰੋਡ ਤੇ ਚਲਾਉਣ ਲਈ ਕੱਢ ਲਈ। ਹੇਅਰ ਸੀਮਾ ਇਜ਼ ਟੈਲਿੰਗ ਹਰ ਸਟੋਰੀ ਆਫ ਦ ਡੇ ਸ਼ੀ ਪਲੈਨਡ ਦਿਸ ਮਿਸਚੀਫ। ਇੱਥੇ ਸੀਮਾ ਆਪਣੀ ਕਹਾਣੀ ਦੱਸ ਰਹੀ ਹੈ ਜਦੋਂ ਉਸਨੇ ਇਸ ਸ਼ਰਾਰਤ ਨੂੰ ਕਰਨ ਦੀ ਯੋਜਨਾ ਬਣਾਈ। ਸੋ ਆਓ ਦੇਖਦੇ ਹਾਂ ਕਿ ਸੀਮਾ ਕਿਹੜੀ ਸਟੋਰੀ ਸੁਣਾ ਰਹੀ ਹੈ। ਆਈ ਐਮ ਸੀਮਾ, ਮੈਂ ਸੀਮਾ ਹਾਂ। ਆਈ ਐਮ ਗੋਇੰਗ ਟੂ ਟੈਲ ਯੂ ਅ ਸਮਾਲ ਇਨਸੀਡੈਂਟ ਆਫ ਮਾਈ ਲਾਈਫ। ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਛੋਟੀ ਜਿਹੀ ਘਟਨਾ ਮੇਰੀ ਜ਼ਿੰਦਗੀ ਦੀ। ਦੈਟ ਟੌਟ ਮੀ ਐਨ ਇੰਪੋਰਟੈਂਟ ਲੈਸਨ, ਜਿਸ ਘਟਨਾ ਨੇ ਮੈਨੂੰ ਬਹੁਤ ਮਹੱਤਵਪੂਰਨ ਸਬਕ ਸਿਖਾਇਆ। ਆਈ ਲਵ ਕਾਰਸ, ਮੈਂ ਕਾਰਾਂ ਨੂੰ ਪਸੰਦ ਕਰਦੀ ਹਾਂ। ਆਈ ਕੀਪ ਰੀਡਿੰਗ ਅਬਾਊਟ ਕਾਰਸ ਔਨ ਦ ਇੰਟਰਨੈਟ, ਮੈਂ ਇੰਟਰਨੈਟ ਦੇ ਉੱਤੇ ਕਾਰਸ ਬਾਰੇ ਪੜ੍ਹਦੀ ਰਹਿੰਦੀ ਹਾਂ। ਆਫਟਰ ਰੀਡਿੰਗ ਸੋ ਮਚ ਅਬਾਊਟ ਕਾਰਸ ਐਂਡ ਡਰਾਈਵਿੰਗ ਕਾਰਸ, ਕਾਰਾਂ ਬਾਰੇ ਅਤੇ ਕਾਰਾਂ ਦੀ ਡਰਾਈਵਿੰਗ ਬਾਰੇ ਬਹੁਤ ਕੁਝ ਪੜ੍ਹਨ ਤੋਂ ਬਾਅਦ ਆਈ ਫੈਲਟ, ਮੈਨੂੰ ਮਹਿਸੂਸ ਹੋਇਆ ਦੈਟ ਆਈ ਹੈਡ ਅੰਡਰਸਟੂਡ ਐਵਰੀਥਿੰਗ ਅਬਾਊਟ ਕਾਰਸ, ਕਿ ਮੈਂ ਕਾਰਸ ਬਾਰੇ ਸਭ ਕੁਝ ਸਮਝ ਲਿਆ ਹੈ। ਐਂਡ ਵੁੱਡ ਬੀ ਏਬਲ ਟੂ ਸੇਫਲੀ ਡਰਾਈਵ ਔਨ ਦ ਰੋਡ, ਅਤੇ ਮੈਂ ਹੁਣ ਇਸ ਯੋਗ ਹੋ ਗਈ ਹਾਂ ਕਿ ਕਾਰ ਦੀ ਡਰਾਈਵਿੰਗ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ ਸੜਕ ਉੱਤੇ ਕਰ ਸਕਦੀ ਹਾਂ। ਆਈ ਕਾਲਡ ਮਾਈ ਫਰੈਂਡ ਭਵਿਆ, ਮੈਂ ਆਪਣੀ ਸਹੇਲੀ ਭਵਿਆ ਨੂੰ ਬੁਲਾਇਆ, ਹੂ ਇਜ਼ ਇਕੁਅਲੀ ਇੰਟਰਸਟਿਡ ਇਨ ਡਰਾਈਵਿੰਗ, ਜੋ ਕਿ ਮੇਰੀ ਤਰ੍ਹਾਂ ਹੀ ਡਰਾਈਵਿੰਗ ਕਰਨ ਦੇ ਵਿੱਚ ਇੰਟਰਸਟਿਡ ਸੀ। ਐਂਡ ਆਲਸੋ ਨੋਜ਼ ਹਾਊ ਟੂ ਰਾਈਡ ਅ ਮੋਬਾਈਕ, ਅਤੇ ਉਸਨੂੰ ਪਤਾ ਸੀ ਕਿ ਇੱਕ ਮੋਟਰਸਾਈਕਲ ਕਿੱਦਾਂ ਚਲਾਈਦਾ ਹੈ। ਆਈ ਟੋਲਡ ਹਰ ਦੈਟ ਮਾਈ ਮਦਰ ਵਾਜ਼ ਗੋਇੰਗ ਟੂ ਦਿੱਲੀ, ਮੈਂ ਉਸਨੂੰ ਦੱਸਿਆ ਕਿ ਮੇਰੇ ਮੰਮੀ ਦਿੱਲੀ ਜਾ ਰਹੇ ਸਨ। ਐਂਡ ਹਰ ਕਾਰ ਵੁੱਡ ਬੀ ਫ੍ਰੀ, ਅਤੇ ਉਹਨਾਂ ਦੀ ਕਾਰ ਇੱਥੇ ਫ੍ਰੀ ਹੋਵੇਗੀ। ਭਵਿਆ ਆਲਸੋ ਗੋਟ ਐਕਸਾਈਟਿਡ, ਭਵਿਆ ਵੀ ਬਹੁਤ ਜ਼ਿਆਦਾ ਉਤੇਜਿਤ ਹੋ ਗਈ। ਐਂਡ ਸੈਡ ਦੈਟ ਸ਼ੀ ਵੁੱਡ ਕਮ ਟੂ ਮਾਈ ਹਾਊਸ, ਅਤੇ ਉਸਨੇ ਕਿਹਾ ਕਿ ਉਹ ਮੇਰੇ ਘਰ ਆਏਗੀ। ਦ ਨੈਕਸਟ ਡੇ, ਅਗਲੇ ਦਿਨ ਮਾਈ ਮਦਰ ਵੈਂਟ ਟੂ ਦਿੱਲੀ, ਮੇਰੇ ਮੰਮੀ ਜੀ ਦਿੱਲੀ ਚਲੇ ਗਏ। ਐਂਡ ਆਈ ਕਾਲਡ ਭਵਿਆ ਹੋਮ, ਅਤੇ ਮੈਂ ਭਵਿਆ ਨੂੰ ਆਪਣੇ ਘਰ ਬੁਲਾ ਲਿਆ। ਭਵਿਆ ਕੇਮ ਹੋਮ ਐਂਡ ਵੀ ਸਟਾਰਟਡ ਪਲੈਨਿੰਗ ਆਰ ਆਈਟਨਰੀ, ਭਵਿਆ ਮੇਰੇ ਘਰ ਆ ਗਈ ਅਤੇ ਅਸੀਂ ਆਪਣੀ ਯਾਤਰਾ ਦੀ ਯੋਜਨਾ ਬਣਾਈ। ਵੀ ਪਲੈਨਡ ਟੂ ਗੋ ਟੂ ਸੈਕਟਰ 17, ਅਸੀਂ 17 ਸੈਕਟਰ ਜਾਣ ਦੀ ਯੋਜਨਾ ਬਣਾਈ। ਵਿਚ ਇਜ਼ ਅ ਹਿਊਜ ਸ਼ਾਪਿੰਗ ਕੰਪਲੈਕਸ, ਜਿਹੜਾ ਕਿ ਇੱਕ ਬਹੁਤ ਵੱਡਾ ਸ਼ਾਪਿੰਗ ਕੰਪਲੈਕਸ ਹੈ। ਸਿੰਸ ਇਟ ਵਾਜ਼ ਗੋਇੰਗ ਟੂ ਬੀ ਮਾਈ ਫਸਟ ਐਕਸਪੀਰੀਅੰਸ ਆਫ ਡਰਾਈਵਿੰਗ, ਕਿਉਂ ਜੋ ਇਹ ਮੇਰਾ ਪਹਿਲਾ ਡਰਾਈਵਿੰਗ ਐਕਸਪੀਰੀਅੰਸ ਹੋਣ ਜਾ ਰਿਹਾ ਸੀ। ਆਈ ਆਸਕਡ ਭਵਿਆ ਟੂ ਟੇਕ ਦ ਕਾਰ ਆਊਟ ਆਫ ਦ ਗੈਰੇਜ, ਮੈਂ ਭਵਿਆ ਨੂੰ ਕਿਹਾ ਕਿ ਉਹ ਗੈਰੇਜ ਦੇ ਵਿੱਚੋਂ ਕਾਰ ਨਿਕਾਲੇ। ਵੀ ਸਨੀਕਡ ਆਊਟ ਆਫ ਦ ਹਾਊਸ ਵਿਦ ਦ ਕਾਰ ਕੀਜ਼, ਸਨੀਕਡ ਆਊਟ ਹੁੰਦਾ ਚੁਪਕੇ ਬਾਹਰ ਨਿਕਲਣਾ। ਅਸੀਂ ਕਾਰ ਦੀਆਂ ਚਾਬੀਆਂ ਦੇ ਨਾਲ ਚੁਪਕੇ ਘਰ ਚੋਂ ਬਾਹਰ ਨਿਕਲੇ।
ਭਵਿਆ sat in the driving seat. ਭਵਿਆ ਡਰਾਈਵਿੰਗ ਸੀਟ ਤੇ ਬੈਠ ਗਈ ਐਂਡ ਸਟਾਰਟਡ ਰਿਵਰਸਿੰਗ ਦ ਕਾਰ ਅਤੇ ਉਸਨੇ ਕਾਰ ਨੂੰ ਰਿਵਰਸ ਕਰਨਾ ਸ਼ੁਰੂ ਕੀਤਾ। ਭਵਿਆ ਟੁੱਕ ਆਊਟ ਦ ਕਾਰ ਵੈਰੀ ਕੌਨਫੀਡੈਂਟਲੀ। ਭਵਿਆ ਨੇ ਬਹੁਤ ਹੀ ਵਿਸ਼ਵਾਸ ਦੇ ਨਾਲ ਕਾਰ ਨੂੰ ਬਾਹਰ ਕੱਢਿਆ। ਵੀ ਬੋਥ ਵਰ ਵੈਰੀ ਹੈਪੀ। ਅਸੀਂ ਦੋਨੋਂ ਬਹੁਤ ਖੁਸ਼ ਸੀ। ਆਈ ਟੋਲਡ ਹਰ ਦੈਟ ਸ਼ੀ ਸ਼ੁੱਡ ਕੰਟੀਨਿਊ ਟੂ ਡਰਾਈਵ ਟਿਲ ਦ ਐਂਡ ਆਫ ਦ ਰੋਡ। ਮੈਂ ਉਸ ਨੂੰ ਕਿਹਾ ਕਿ ਉਸ ਨੂੰ ਇਸ ਰੋਡ ਦੇ ਖਤਮ ਹੋਣ ਤੱਕ ਇਹ ਕਾਰ ਚਲਾ ਲੈਣੀ ਚਾਹੀਦੀ ਹੈ। ਐਂਡ ਆਫਟਰ ਦੈਟ ਆਈ ਵੁੱਡ ਟੇਕ ਮਾਈ ਟਰਨ ਟੂ ਡਰਾਈਵ। ਤੇ ਉਸ ਤੋਂ ਬਾਅਦ ਮੈਂ ਆਪਣੀ ਵਾਰੀ ਲਵਾਂਗੀ ਇਸ ਨੂੰ ਡਰਾਈਵ ਕਰਨ ਦੀ। ਭਵਿਆ ਸਟਾਰਟਡ ਡਰਾਈਵਿੰਗ। ਭਵਿਆ ਨੇ ਡਰਾਈਵਿੰਗ ਸਟਾਰਟ ਕੀਤੀ ਸਿੰਸ ਸ਼ੀ ਕੁਡ ਰਾਈਡ ਅ ਮੋਬਾਈਕ, ਜਦੋਂ ਕਿ ਉਸਨੇ ਮੋਟਰਸਾਈਕਲ ਕਿੰਨੀ ਵਾਰ ਚਲਾਇਆ ਹੋਇਆ ਸੀ। ਐਂਡ ਆਲਸੋ ਹੈਲਪਡ ਹਰ ਫਾਦਰ ਮੈਨੀ ਟਾਈਮਸ ਇਨ ਟੇਕਿੰਗ ਦ ਕਾਰ ਆਊਟ ਆਫ ਦ ਗੇਟ। ਅਤੇ ਆਪਣੇ ਪਿਤਾ ਜੀ ਦੀ ਵੀ ਕਈ ਵਾਰ ਮਦਦ ਕੀਤੀ ਸੀ ਉਹਨਾਂ ਦੀ ਕਾਰ ਘਰ ਤੋਂ ਬਾਹਰ ਕੱਢਣ ਵਿੱਚ। ਸ਼ੀ ਨਿਊ ਦ ਮੈਕੈਨਿਜ਼ਮ। ਉਸ ਨੂੰ ਇਸ ਦੇ ਚਲਾਉਣ ਦਾ ਤਰੀਕਾ ਪਤਾ ਸੀ। ਐਂਡ ਡਰੋਵ ਵਿਦ ਕੌਨਫੀਡੈਂਸ। ਅਤੇ ਉਸਨੇ ਬਹੁਤ ਕੌਨਫੀਡੈਂਸ ਦੇ ਨਾਲ ਕਾਰ ਚਲਾਈ। ਐਜ਼ ਵੀ ਰੀਚਡ ਦ ਐਂਡ ਆਫ ਦ ਰੋਡ। ਜਦੋਂ ਅਸੀਂ ਉਸ ਰੋਡ ਦੇ ਅਖੀਰ ਤੇ ਪਹੁੰਚੇ I asked her to stop the car. ਮੈਂ ਉਸ ਨੂੰ ਕਿਹਾ ਕਿ ਕਾਰ ਨੂੰ ਸਟਾਪ ਕਰੇ। As she was trying to stop the car, ਜਿਵੇਂ ਹੀ ਉਹ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, two traffic policemen came out from behind the trees. ਦੋ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਦਰਖਤਾਂ ਦੇ ਪਿੱਛੋਂ ਦੀ ਬਾਹਰ ਨਿਕਲੇ। They asked us to come out of the car. ਉਹਨਾਂ ਨੇ ਸਾਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। And asked ਭਵਿਆ to show them her driving license. ਤੇ ਭਵਿਆ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਕਿਹਾ। She was only 14 years old. ਭਵਿਆ ਸਿਰਫ 14 ਸਾਲ ਦੀ ਸੀ। ਐਂਡ ਲਾਈਕ ਮੀ ਸ਼ੀ ਡਿਡ ਨਾਟ ਹੈਵ ਅ ਡਰਾਈਵਿੰਗ ਲਾਇਸੈਂਸ। ਅਤੇ ਮੇਰੇ ਵਾਂਗ ਹੀ ਉਸ ਕੋਲ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਦ ਪੁਲਿਸਮੈਨ ਆਸਕਡ ਅਸ ਆਰ ਨੇਮਸ, ਆਰ ਏਜ ਐਂਡ ਐਡਰੈਸਿਸ। ਪੁਲਿਸ ਦੇ ਕਰਮਚਾਰੀਆਂ ਨੇ ਸਾਡੇ ਨਾਮ ਪੁੱਛੇ, ਸਾਡੀ ਉਮਰ ਪੁੱਛੀ ਤੇ ਸਾਡਾ ਪਤਾ ਪੁੱਛਿਆ। They also took our parents' mobile numbers and called them. ਉਹਨਾਂ ਨੇ ਸਾਡੇ ਤੋਂ ਸਾਡੇ ਮਾਤਾ-ਪਿਤਾ ਦੇ ਨੰਬਰ ਲਏ ਅਤੇ ਉਹਨਾਂ ਨੂੰ ਕਾਲ ਕੀਤੀ। My mother was on her way to Delhi. ਮੇਰੇ ਮੰਮੀ ਜੀ ਦਿੱਲੀ ਦੇ ਰਸਤੇ ਵਿੱਚ ਸਨ when she received the phone. ਜਦੋਂ ਉਹਨਾਂ ਨੂੰ ਪੁਲਿਸ ਦੁਆਰਾ ਕੀਤਾ ਗਿਆ ਫੋਨ ਮਿਲਿਆ, she immediately called my father. ਉਹਨਾਂ ਨੇ ਤੁਰੰਤ ਮੇਰੇ ਪਿਤਾ ਜੀ ਨੂੰ ਫੋਨ ਕੀਤਾ and asked him to meet the police. ਅਤੇ ਉਹਨਾਂ ਨੂੰ ਪੁਲਿਸ ਨੂੰ ਜਾ ਕੇ ਮਿਲਣ ਲਈ ਕਿਹਾ। ਭਵਿਆ's father came. ਭਵਿਆ ਦੇ ਪਿਤਾ ਜੀ ਆ ਗਏ and the policeman told him. ਅਤੇ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਕਿਹਾ they would impound the car. ਉਹ ਕਾਰ ਨੂੰ ਜ਼ਬਤ ਕਰ ਲੈਣਗੇ as two minors were sitting in the car. ਕਿਉਂਕਿ ਦੋ ਨਾਬਾਲਗ ਕਾਰ ਦੇ ਵਿੱਚ ਬੈਠੇ ਸਨ and one of them was driving. ਅਤੇ ਉਹਨਾਂ ਵਿੱਚੋਂ ਇੱਕ ਕਾਰ ਚਲਾ ਰਹੀ ਸੀ। The car was impounded. ਕਾਰ ਜ਼ਬਤ ਕਰ ਲਈ ਗਈ and the police took both of us to the police station. ਅਤੇ ਪੁਲਿਸ ਸਾਨੂੰ ਦੋਨਾਂ ਨੂੰ ਪੁਲਿਸ ਸਟੇਸ਼ਨ ਲੈ ਗਈ for writing the report. ਰਿਪੋਰਟ ਲਿਖਣ ਲਈ। They also counseled us. ਉਹਨਾਂ ਨੇ ਸਾਨੂੰ ਸਲਾਹ ਵੀ ਦਿੱਤੀ on the consequences of what we were planning to do. ਕਿ ਜੋ ਅਸੀਂ ਕੰਮ ਕਰਨ ਜਾ ਰਹੇ ਸੀ ਉਹਦੇ ਨਤੀਜੇ ਕੀ ਭੁਗਤਣੇ ਪੈ ਸਕਦੇ ਹਨ, ਇਸ ਬਾਰੇ ਉਹਨਾਂ ਨੇ ਸਾਨੂੰ ਸਲਾਹ ਦਿੱਤੀ। They said. ਉਹਨਾਂ ਨੇ ਕਿਹਾ that we could have met with an accident. ਕਿ ਅਸੀਂ ਦੁਰਘਟਨਾਗ੍ਰਸਤ ਵੀ ਹੋ ਸਕਦੇ ਸੀ and we might have hurt ourselves badly. ਅਤੇ ਇਹ ਵੀ ਪੋਸੀਬਲ ਸੀ ਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਬੈਠਦੇ। They also told us that we could have also injured someone on the road. ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਹ ਵੀ ਪੋਸੀਬਲ ਸੀ ਕਿ ਤੁਸੀਂ ਕਿਸੇ ਨੂੰ ਵੀ ਇੰਜਰਡ ਕਰ ਸਕਦੇ ਸੀ, ਕਿਸੇ ਨੂੰ ਵੀ ਜ਼ਖਮੀ ਕਰ ਸਕਦੇ ਸੀ। Then they showed us pictures of some accidents. ਫਿਰ ਉਹਨਾਂ ਨੇ ਸਾਨੂੰ ਕੁਝ ਦੁਰਘਟਨਾਵਾਂ ਦੀਆਂ ਤਸਵੀਰਾਂ ਦਿਖਾਈਆਂ। We both got very scared. ਅਸੀਂ ਦੋਨੋਂ ਬਹੁਤ ਜ਼ਿਆਦਾ ਡਰ ਗਏ when we saw the pictures in which a child had died. ਜਦੋਂ ਅਸੀਂ ਉਹ ਤਸਵੀਰਾਂ ਦੇਖੀਆਂ ਜਿਹਦੇ ਵਿੱਚ ਇੱਕ ਬੱਚਾ ਮਰ ਗਿਆ ਸੀ। We looked at each other. ਅਸੀਂ ਇੱਕ ਦੂਜੇ ਵੱਲ ਦੇਖਿਆ and decided never to repeat such a blunder. ਤੇ ਅਸੀਂ ਫੈਸਲਾ ਕੀਤਾ ਕਿ ਕਦੀ ਵੀ ਏਡੀ ਵੱਡੀ ਭੁੱਲ ਦੁਬਾਰਾ ਦੁਹਰਾਵਾਂਗੇ ਨਹੀਂ। We decided that we will learn how to drive from a driving school when we turn 18. ਅਸੀਂ ਫੈਸਲਾ ਕੀਤਾ ਕਿ ਜਦੋਂ ਅਸੀਂ 18 ਸਾਲਾਂ ਦੇ ਹੋ ਜਾਵਾਂਗੇ ਤਾਂ ਅਸੀਂ ਕਿਸੇ ਡਰਾਈਵਿੰਗ ਸਕੂਲ ਦੇ ਵਿੱਚੋਂ ਡਰਾਈਵਿੰਗ ਸਿੱਖ ਕੇ ਹੀ ਗੱਡੀ ਚਲਾਉਣੀ ਸ਼ੁਰੂ ਕਰਾਂਗੇ। So that was Seema's story. So ਉਹ ਤਾਂ ਸੀ
ਸੀਮਾ ਦੀ ਸਟੋਰੀ, knowing the mechanism of cars does not make you a good driver, ਕਿ ਕਾਰ ਚਲਾਉਣ ਦੇ ਤੌਰ ਤਰੀਕਿਆਂ ਨੂੰ ਜਾਣਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੰਗੇ ਡਰਾਈਵਰ ਬਣ ਗਏ ਹੋ। ਡਰਾਈਵਿੰਗ ਇਜ਼ ਅ ਸਕਿੱਲ, ਡਰਾਈਵਿੰਗ ਇੱਕ ਕਲਾ ਹੈ which is learnt with a lot of practice, ਜੋ ਕਿ ਬਹੁਤ ਸਾਰੀ ਪ੍ਰੈਕਟਿਸ ਕਰਕੇ ਸਿੱਖੀ ਜਾਂਦੀ ਹੈ। it is important to know the rules of the road, ਬਹੁਤ ਜ਼ਰੂਰੀ ਹੈ ਕਿ ਸੜਕ ਦੇ ਨਿਯਮ ਸਿੱਖੇ ਜਾਣ and to understand the traffic signals, ਅਤੇ ਟ੍ਰੈਫਿਕ ਸਿਗਨਲਸ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ। traffic lights show people when it is safe to cross the road and when to stop, traffic lights ਲੋਕਾਂ ਨੂੰ ਇਹ ਦਰਸਾਉਂਦੀਆਂ ਹਨ ਕਿ ਕਦੋਂ ਰੋਡ ਕ੍ਰੋਸ ਕਰਨੀ ਹੈ ਤੇ ਕਦੋਂ ਰੁਕਣਾ ਹੈ। road rules and the traffic signals are for the safety of the road users, ਸੜਕ ਦੇ ਨਿਯਮ ਅਤੇ ਟ੍ਰੈਫਿਕ ਦੇ ਸਿਗਨਲਸ ਇਹ ਸੜਕ ਨੂੰ ਵਰਤਣ ਵਾਲਿਆਂ ਦੀ ਸੁਰੱਖਿਆ ਲਈ ਹਨ। once on the road, ਜਦੋਂ ਅਸੀਂ ਰੋਡ ਤੇ ਹੋਈਏ, we all need to be very careful, ਸਾਨੂੰ ਸਾਰਿਆਂ ਨੂੰ ਬਹੁਤ ਹੀ ਸਾਵਧਾਨ ਹੋਣ ਦੀ ਲੋੜ ਹੈ। the driver should be patient, ਗੱਡੀ ਚਲਾਉਣ ਵਾਲਿਆਂ ਨੂੰ ਸਬਰ ਦੇ ਧਾਰਨੀ ਹੋਣਾ ਚਾਹੀਦਾ ਹੈ। considerate, ਵਿਚਾਰਸ਼ੀਲ and must have quick reflexes, ਅਤੇ ਉਹਨਾਂ ਕੋਲ ਤੇਜ਼ ਸਜਗਤਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਤੇਜ਼ੀ ਨਾਲ ਫੈਸਲਾ ਲੈ ਸਕਣ। the pedestrians should be patient, ਇਸੇ ਤਰ੍ਹਾਂ ਪੈਦਲ ਚੱਲਣ ਵਾਲਿਆਂ ਕੋਲ ਵੀ ਸਬਰ ਹੋਣਾ ਚਾਹੀਦਾ ਹੈ। cautious and alert, ਭਾਵੋ ਸਤਰਕ ਵੀ ਹੋਣੇ ਚਾਹੀਦੇ ਹਨ। always remember that safety must come first when driving, ਹਮੇਸ਼ਾ ਯਾਦ ਰੱਖੋ ਕਿ ਡਰਾਈਵਿੰਗ ਕਰਨ ਵੇਲੇ ਅਸੀਂ ਸੁਰੱਖਿਆ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ। ਸੋ ਇਹ ਸੀ ਰੀਡਿੰਗ ਸੇਫਟੀ ਵਾਈਲ ਡਰਾਈਵਿੰਗ ਦੀ। ਅਗਲੀ ਵੀਡੀਓ 'ਚ ਅਸੀਂ ਇਹਦੀ ਸਾਰੀ ਐਕਸਰਸਾਈਜ਼ ਕਰਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਮੈਂ ਪਰਮਜੋਤ ਸਿੰਘ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।